ਹੈਲੋ ਸਟੂਡੈਂਟਸ, ਅੱਜ ਆਪਾਂ 9th ਕਲਾਸ ਪੰਜਾਬੀ ਕਹਾਣੀਆਂ ਦੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਰਿਵੀਜ਼ਨ ਚੱਲਦੀ ਪਈ ਹੈ। ਪਹਿਲਾਂ ਆਪਾਂ ਸਾਰਾ ਸਿਲੇਬਸ ਸਾਹਿਤਕ ਰੰਗ ਦਾ ਪੂਰਾ ਕਰ ਚੁੱਕੇ ਹਾਂ। ਹੁਣ ਆਪਾਂ ਰਿਵੀਜ਼ਨ ਚਲਾ ਰਹੇ ਹਾਂ। ਤਾਂ ਇਹਦੇ 'ਚ ਅੱਜ ਆਪਾਂ ਤੀਸਰੀ ਕਹਾਣੀ ਦੁੱਧ ਤੇ ਪੁੱਤ ਕਹਾਣੀ ਪੜ੍ਹਾਂਗੇ। ਅਤੇ ਦੁੱਧ ਤੇ ਪੁੱਤ ਕਹਾਣੀ ਕਿਸ ਦੀ ਲਿਖੀ ਹੋਈ ਹੈ? ਬਚਿੰਤ ਕੌਰ ਦੀ ਲਿਖੀ ਹੋਈ ਹੈ। ਇਹ ਦੁੱਧ ਤੇ ਪੁੱਤ ਕਹਾਣੀ ਜਿਹੜੀ ਹੈ ਉਸ ਦੀ ਬਹੁਤ ਜ਼ਿਆਦਾ ਮਸ਼ਹੂਰ ਕਹਾਣੀ ਹੈ, ਬਹੁਤ ਜ਼ਿਆਦਾ ਵਧੀਆ ਕਹਾਣੀਆਂ ਦੇ ਵਿੱਚੋਂ, ਚਰਚਿਤ ਕਹਾਣੀਆਂ ਦੇ ਵਿੱਚੋਂ ਹੈ। ਇਸ ਕਹਾਣੀ ਵਿੱਚ ਲੇਖਿਕਾ ਨੇ ਇੱਕ ਬਜ਼ੁਰਗ ਪਾਤਰ, ਇੱਕ ਬਜ਼ੁਰਗ ਆਦਮੀ ਬਾਬਾ ਬਾਰੂ ਦੀ ਦੁੱਖ ਭਰੀ ਕਹਾਣੀ ਨੂੰ ਬਿਆਨ ਕੀਤਾ ਹੈ। ਬਾਬਾ ਬਾਰੂ ਜਿਸ ਦੇ ਕਿ 5 ਪੁੱਤਰ ਸੀ। ਕਿਹੜੇ ਕਿਹੜੇ ਉਹਨਾਂ ਦਾ ਨਾਮ ਮੈਂ ਦੱਸ ਦਿੰਦੀ ਹਾਂ। ਕਰਤਾਰਾ, ਪ੍ਰੀਤੂ, ਤਲੋਕਾ, ਦਿਆਲਾ ਅਤੇ ਇੱਕ ਬਾਹਰ ਨੌਕਰੀ ਕਰਨ ਵਾਲਾ ਇੱਕ ਹੋਰ ਪੁੱਤਰ। ਬਾਰੂ ਦੀ ਘਰਵਾਲੀ ਬਾਬਾ ਬਾਰੂ ਉਹਦੀ ਘਰਵਾਲੀ ਮਰ ਚੁੱਕੀ ਹੈ। ਉਸਦੀ ਪਤਨੀ ਦੇ ਮਰਨ ਤੋਂ ਬਾਅਦ ਉਸਦੇ ਪੁੱਤਰਾਂ ਨੇ ਜਦੋਂ ਮਾਂ ਦਾ ਭੋਗ ਸੀਗਾ ਤਾਂ ਮਾਂ ਦੇ ਭੋਗ ਤੋਂ ਬਾਅਦ ਸਾਰਿਆਂ ਨੇ ਇਕੱਠਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਉਹ 3 ਮਹੀਨੇ, ਕਿਉਂਕਿ ਸਾਰੇ ਪੁੱਤਰ ਜਿਹੜੇ ਆਪਦੇ ਅਲੱਗ-ਅਲੱਗ ਵਿਆਹੇ ਹੋਏ ਆਪਦੇ ਘਰਾਂ ਵਿੱਚ ਰਹਿੰਦੇ ਆ। ਇੱਕ ਪੁੱਤਰ ਤਾਂ ਬਾਹਰ ਨੌਕਰੀ ਕਰਦਾ, ਬਾਕੀ 4 ਪੁੱਤਰ ਉਹ ਆਪਣੇ ਆਪਣੇ ਅੱਡ-ਅੱਡ ਰਹਿੰਦੇ ਆ। ਤਾਂ ਹੁਣ ਇਕੱਲੇ ਬਾਬੇ ਨੂੰ ਸਾਂਭਣਾ ਇੱਕ ਜਣੇ ਲਈ ਮੁਸ਼ਕਲ ਸੀ, ਤਾਂ ਜਿਸ ਦੇ ਕਾਰਨ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਉਹ 3 ਮਹੀਨੇ ਬਾਪੂ ਨੂੰ ਆਪਣੇ ਘਰੇ ਰੱਖ ਕੇ ਉਸਦੀ ਦੇਖਭਾਲ ਕਰਨਗੇ। ਹੁਣ ਜਿਹੜਾ ਬਜ਼ੁਰਗ ਬਾਰੂ ਹੈ ਉਹਦਾ ਜਿਹੜਾ ਮਨ ਹੁੰਦਾ ਹੈ ਆਪਣੇ ਸਭ ਤੋਂ ਵੱਡੇ ਪੁੱਤਰ ਕਰਤਾਰੇ ਦੇ ਘਰੇ ਦੇ ਕੋਲ ਰਹਿਣ ਨੂੰ ਕਰਦਾ ਹੈ। ਉਸਦੀ ਇੱਕ ਨੂੰਹ ਨੂੰ ਛੱਡ ਕੇ ਬਾਕੀ ਦੀਆਂ ਨੂੰਹਾਂ ਜਿਹੜੀਆਂ ਹੈਗੀਆਂ ਬਾਰੂ ਨੂੰ ਗੱਲ-ਗੱਲ 'ਤੇ ਤਾਨੇ ਮਿਹਣੇ ਕੱਸਦੀਆਂ ਹਨ ਅਤੇ ਰਤਾ ਵੀ ਢਿੱਲ ਨਹੀਂ ਕਰਦੀਆਂ। ਦੂਜੇ ਪਾਸੇ ਬਾਰੂ ਦਾ ਭਰਾ ਜਿਹੜਾ ਹੈਗਾ, ਬਾਰੂ ਦਾ ਜਿਹੜਾ ਛੋਟਾ ਭਰਾ ਹੈ ਉਹਦਾ ਘਰ ਕਿਹਦੇ ਕੋਲ ਹੈ? ਜਿਹੜਾ ਉਹਦਾ ਬਾਬਾ ਬਾਰੂ ਦਾ ਵੱਡਾ ਪੁੱਤਰ ਕਰਤਾਰ ਹੈ ਉਹਦੇ ਘਰ ਦੇ ਨਾਲ ਹੀ ਉਸਦਾ ਘਰ ਹੈ, ਉਸਦੇ ਛੋਟੇ ਭਰਾ ਦਾ। ਅਤੇ ਉਹ ਉਹਦੇ ਛੋਟੇ ਭਰਾ ਵੱਲੋਂ ਬੜਾ ਸੁੱਖ ਹੈ, ਕਿਉਂਕਿ ਉਸਦੇ ਭਰਾ ਦਾ ਇੱਕੋ ਹੀ ਪੁੱਤਰ ਹੈ ਅਤੇ ਉਹਦੇ ਭਰਾ ਨੂੰ ਰੋਟੀ ਦੇ ਲਈ ਅਲੱਗ-ਅਲੱਗ ਪੁੱਤਰਾਂ ਦੇ ਘਰੇ ਨਹੀਂ ਜਾਣਾ ਪੈਂਦਾ ਅਤੇ ਬੜੇ ਸੁੱਖ ਆਰਾਮ ਦੇ ਨਾਲ ਉੱਥੇ ਰਹਿ ਰਿਹਾ ਹੈ। ਅਤੇ ਕਿਉਂਕਿ ਉਸਦਾ ਇੱਕੋ ਇੱਕ ਪੁੱਤਰ ਹੈ ਜੋ ਕਿ ਬਹੁਤ ਆਗਿਆਕਾਰੀ ਹੈ। ਬਜ਼ੁਰਗ ਬਾਬਾ ਜਿਹੜਾ ਹੈਗਾ ਬਾਬਾ ਬਾਰੂ, ਉਹਦੀ ਉਮਰ ਕਿੰਨੇ ਸਾਲ ਦੀ ਹੋ ਗਈ ਹੋਈ ਹੈ? 80 ਸਾਲ ਦੀ ਉਮਰ ਨੂੰ ਪੁੱਛਦਾ ਹੈ ਕਿ ਸਮਾਂ ਬਹੁਤ ਬਦਲ ਗਿਆ ਹੈ। ਘਰਵਾਲੀ ਦੇ ਮਰਨ ਤੋਂ ਬਾਅਦ ਉਸਦੀ ਕਿੰਨੀ ਬੇਕਦਰੀ ਹੋ ਰਹੀ ਹੈ। ਪਹਿਲਾਂ ਤਾਂ ਹੁਣ ਕਿਉਂਕਿ ਉਸਦਾ ਆਪਦਾ ਹੁਣ ਘਰ ਕੋਈ ਨਹੀਂ ਰਿਹਾ, ਕਿਉਂਕਿ ਉਸ ਨੂੰ ਰੋਟੀ ਦੀ ਖਾਤਰ 3 ਮਹੀਨੇ ਬਾਅਦ ਉਸ ਨੂੰ ਆਪਣੇ ਦੂਜੇ ਪੁੱਤਰ ਦੇ ਘਰ ਜਾਣਾ ਪੈਂਦਾ ਹੈ। ਉਸ ਨੂੰ ਆਪਣੀ ਘਰਵਾਲੀ ਦੀ ਯਾਦ ਆਉਂਦੀ ਹੈ, ਤਾਂ ਜੋ ਜਿਹੜੀ ਕਿ ਆਪਣੇ ਪੁੱਤਰਾਂ ਉੱਪਰ ਬਹੁਤ ਮਾਣ ਕਰਦੀ ਸੀ। ਮਾਂ ਸੀ ਆਪਣੇ ਪੁੱਤਰਾਂ 'ਤੇ, ਉਹਨੂੰ ਕਹਿੰਦੀ ਸੀ ਮੇਰੇ 5 ਪੁੱਤਰ ਹੈ, ਮੈਨੂੰ ਆਪਣੇ ਪੁੱਤਰਾਂ 'ਤੇ ਬਹੁਤ ਮਾਣ ਹੈ। ਪਰੰਤੂ ਜਦੋਂ ਮਾਂ ਦੀ ਮੌਤ ਹੋ ਜਾਂਦੀ ਹੈ ਤਾਂ ਬਜ਼ੁਰਗ ਬਾਬਾ ਯਾਦ ਕਰਦਾ ਹੈ ਕਿ ਤੇਰੇ ਇਹੀ ਪੁੱਤਰ ਹੈ ਜਿਹੜੇ ਕਿ ਆਪਣੇ ਪਿਓ ਨੂੰ ਸਾਂਭ ਨਹੀਂ ਸਕਦੇ ਅਤੇ 3 ਮਹੀਨਿਆਂ ਵਾਸਤੇ ਮੈਨੂੰ ਵੰਡ ਲਿਆ ਹੈ। ਇਸ ਕਹਾਣੀ ਵਿੱਚ ਕਹਾਣੀਕਾਰ ਬਚਿੰਤ ਕੌਰ ਇੱਕ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਵੱਡੇ ਪਰਿਵਾਰਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਕਦੇ ਵੀ ਬੋਝ ਨਹੀਂ ਸਮਝਦੇਗੇ, ਪਰ ਉਹ ਬੱਚੇ ਆਪਣੇ ਬਾਪ ਨੂੰ ਬੋਝ ਸਮਝਦੇ। ਜਿਹੜੇ ਮਾਂ ਬਾਪ ਹੈਗੇ ਆ ਉਹ ਕਦੇ ਵੀ ਆਪਣੇ ਬੱਚਿਆਂ ਨੂੰ ਬੋਝ ਨਹੀਂ ਸਮਝਦੇ, ਪਰੰਤੂ ਉਹੀ ਜਿਹੜੇ ਬੱਚੇ ਹੈ ਆਪਣੇ ਮਾਂ ਬਾਪ ਨੂੰ ਬੋਝ ਸਮਝਦੇ ਹਨ। ਅਤੇ ਕੋਈ ਵੀ ਪਾਤਰ ਬਾਪ ਦੀ ਵੰਡ ਅਤੇ ਰੋਟੀ ਦੀ ਖਾਤਰ ਜਿਹੜੀ ਹੈਗੀ ਹੈ ਉਹ ਆਪਣੇ ਪਿਓ ਨੂੰ ਵੰਡ ਲੈਂਦੇ ਹਨ 3 ਮਹੀਨਿਆਂ ਲਈ। ਪਿਤਾ ਨੂੰ ਥਾਂ 'ਤੇ ਧੱਕੇ ਖਾਣ ਲਈ ਮਜਬੂਰ ਕਰ ਦਿੰਦੇ ਹਨ। ਇਸ ਕਰਕੇ ਹੀ ਕਹਾਣੀ ਦੇ ਅੰਤ ਵਿੱਚ ਬਾਬਾ ਬਾਰੂ ਸੋਚਦਾ ਹੈ ਕਿ ਦੁੱਧ ਤੇ ਪੁੱਤ ਫਿਟਣ ਲੱਗਿਆ ਦੇਰ ਨਹੀਂ ਲੱਗਦੀ। ਜਿਸ ਤਰ੍ਹਾਂ ਦੁੱਧ ਦੇ ਫਟਣ ਲੱਗੇ ਪਤਾ ਨਹੀਂ ਲੱਗਦਾ ਦੁੱਧ ਕਦੋਂ ਫਟ ਜਾਣਾ ਹੈ, ਇਸ ਤਰ੍ਹਾਂ ਹੀ ਪੁੱਤਰ ਦੇ ਫਿਟਣ ਦਾ ਵੀ ਪਤਾ ਨਹੀਂ ਚੱਲਦਾ ਕਦੋਂ ਉਹਨੇ ਵਿਗੜ ਜਾਣਾ ਹੈ। ਕਹਾਣੀਕਾਰ ਅਜਿਹੇ ਸਮਾਜ ਉੱਪਰ ਤਿੱਖਾ ਵਿਅੰਗ ਕਰਦਾ ਹੈ ਕਿ ਜਿਸ ਵਿੱਚ ਬੱਚੇ ਮਾਪਿਆਂ ਨੂੰ ਬੋਝ ਸਮਝਦੇ ਹਨ ਅਤੇ ਉਹਨਾਂ ਨੂੰ ਵਡੇਰੀ ਉਮਰ ਵਿੱਚ ਰੋਲਣ ਲਈ ਮਜਬੂਰ ਕਰ ਦਿੰਦੇ ਹਨ। ਜਿਸ ਤਰ੍ਹਾਂ ਕਿ ਬਾਬਾ ਬਾਰੂ ਆਪਣੀ ਅੰਤ ਸਮੇਂ ਦੇ ਵਿੱਚ, ਉਮਰ ਦੇ ਅੰਤ ਸਮੇਂ ਦੇ ਵਿੱਚ ਰੋਲਣ ਦੇ ਲਈ ਮਜਬੂਰ ਹੋ ਜਾਂਦਾ। ਜਦੋਂ ਤੱਕ ਤਾਂ ਉਸਦੀ ਪਤਨੀ ਹੁੰਦੀ ਹੈ ਨਾਲ, ਤਾਂ ਉਹ ਇੱਕ ਥਾਂ 'ਤੇ ਇੱਕ ਘਰ 'ਚ ਹੀ ਰਹਿੰਦੇ ਹਨ, ਪਰੰਤੂ ਉਸਦੀ ਪਤਨੀ ਦੀ ਮੌਤ ਤੋਂ ਬਾਅਦ ਉਸ ਨੂੰ ਰੋਟੀ ਦੀ ਖਾਤਰ 3 ਮਹੀਨੇ ਆਪਣੇ ਅੱਡ-ਅੱਡ ਪੁੱਤਰਾਂ ਦੇ ਘਰ ਜਾਣਾ ਪੈਂਦਾ ਹੈ। ਇਹ ਪਹਿਲਾਂ ਆਪਾਂ ਕਹਾਣੀ ਕਰ ਚੁੱਕੇ ਸੀ। ਹੁਣ ਜਸਟ ਤੁਹਾਨੂੰ ਇੱਕ ਵਿਸ਼ੇਸ਼ ਟਿੱਪਣੀ ਥੋੜ੍ਹਾ ਜਿਹਾ ਸੰਖੇਪ 'ਚ ਦਿੱਤਾ ਹੈ ਤਾਂ ਕਿ ਜਦੋਂ ਆਪਾਂ ਪ੍ਰਸ਼ਨ ਉੱਤਰ ਕਰੀਏ ਤੁਸੀਂ ਇਹਨਾਂ ਦੇ ਆਨਸਰ ਸਹੀ ਤਰੀਕੇ ਨਾਲ ਦੇ ਸਕੋ। ਇਹਨਾਂ ਵਿੱਚੋਂ ਤੁਹਾਨੂੰ 1 ਨੰਬਰ ਅਤੇ 2 ਨੰਬਰ ਵਾਲੇ ਪ੍ਰਸ਼ਨ ਆਉਣਗੇ। ਇਹਨਾਂ ਪ੍ਰਸ਼ਨਾਂ ਨੂੰ ਆਪਾਂ ਹੁਣ ਕਰਾਂਗੇ। ਹਾਂਜੀ, ਦੁੱਧ ਤੇ ਪੁੱਤ ਪਹਿਲਾਂ ਕਹਾਣੀ ਕਿਸ ਦੁਆਰਾ ਲਿਖੀ ਹੋਈ ਹੈ? ਇਹ ਬਚਿੰਤ ਕੌਰ ਦੀ ਲਿਖੀ ਹੋਈ ਹੈ। ਕੋਈ ਵੀ ਜਦੋਂ ਆਪਾਂ ਕਹਾਣੀ ਕਰਦੇ ਹਾਂ ਤਾਂ ਸਾਨੂੰ ਉਸਦੇ ਰਾਈਟਰ ਦਾ ਪਤਾ ਹੋਣਾ ਚਾਹੀਦਾ ਹੈ। ਦੁੱਧ ਤੇ ਪੁੱਤ ਕਹਾਣੀ ਕਿਸ ਦੀ ਲਿਖੀ ਹੋਈ ਹੈ? ਬਚਿੰਤ ਕੌਰ ਦੀ। ਕਿਹੜੇ ਮਹੀਨੇ ਦੀ 5 ਤਰੀਕ ਤੋਂ ਕਹਾਣੀ ਦੀ ਸ਼ੁਰੂਆਤ ਕੀਤੀ ਗਈ? ਮਈ ਮਹੀਨੇ ਦੀ 5 ਤਰੀਕ ਤੋਂ ਕਹਾਣੀ ਸ਼ੁਰੂ। ਬਜ਼ੁਰਗ ਬਾਬੇ ਦਾ ਕੀ ਨਾਮ ਸੀ? ਬਾਰੂ। ਬਾਬਾ ਬਾਰੂ ਨੇ ਕਿਸ ਨੂੰ ਹਿੰਮਤ ਕਰਕੇ ਕਿਹਾ ਕਿ ਉਹ ਬਾਹਰਲੇ ਘਰ ਨਹੀਂ ਜਾਣਾ ਚਾਹੁੰਦਾ? ਕਿਉਂਕਿ ਉਹ ਕਰਤਾਰੇ ਘਰੇ ਰਹਿ ਕੇ ਜ਼ਿਆਦਾ ਖੁਸ਼ ਸੀ। ਕਿਉਂ ਖੁਸ਼ ਸੀ? ਕਿਉਂਕਿ ਕਰਤਾਰੇ ਦੇ ਘਰ ਦੇ ਨਾਲ ਹੀ ਉਸਦੇ ਛੋਟੇ ਭਰਾ ਦਾ ਘਰ ਸੀ, ਜਿਸ ਨਾਲ ਉਹ ਆਪਣੇ ਦੁੱਖ ਸੁੱਖ ਸਾਂਝੇ ਕਰ ਲੈਂਦਾ ਸੀ। ਜਿਸ ਕਰਕੇ ਉਸਨੇ ਕਰਤਾਰੇ ਨੂੰ ਕਿਹਾ ਕਿ ਮੈਂ ਦੂਜੇ ਪੁੱਤਰਾਂ ਦੇ ਘਰ ਨਹੀਂ ਜਾਣਾ ਚਾਹੁੰਦਾ।
ਪੰਜ ਭਰਾਵਾਂ ਨੇ ਬਾਬਾ ਬਾਰੂ ਨੂੰ ਕਿੰਨੇ ਕਿੰਨੇ ਮਹੀਨੇ ਰੋਟੀ ਖਵਾਉਣ ਲਈ ਫੈਸਲਾ ਕੀਤਾ? 3 ਮਹੀਨੇ ਰੋਟੀ ਖਵਾਉਣ ਦਾ ਫੈਸਲਾ ਕੀਤਾ। ਬਾਹਰਲੇ ਘਰ ਵਿੱਚ ਬਾਰੂ ਦਾ ਕਿਹੜਾ ਪੁੱਤਰ ਰਹਿੰਦਾ ਸੀ? ਪ੍ਰੀਤੂ ਕੌਣ ਸੀ? ਜਿਹੜਾ ਕਿ ਬਹੁਤ ਸ਼ਰਾਬੀ ਸੀ। ਪ੍ਰੀਤੂ ਦੀ ਵਹੁਟੀ ਦਾ ਕੀ ਨਾਮ ਸੀ? ਬੰਤ ਕੌਰ। ਬਾਬੇ ਬਾਰੂ ਦਾ ਕਿਹੜਾ ਪੁੱਤਰ ਸ਼ਰਾਬੀ ਸੀ ਅਤੇ ਦਾਰੂ ਪੀ ਕੇ ਘਰਵਾਲੀ ਅਤੇ ਬੱਚਿਆਂ ਨੂੰ ਆਵਾ ਤਵਾ ਬੋਲਦਾ ਸੀ? ਪ੍ਰੀਤੂ। ਹਾਂਜੀ, ਪ੍ਰੀਤੂ ਜਿਹੜਾ ਸੀਗਾ ਪੁੱਤਰ ਉਹਦੀ ਪਤਨੀ ਤਾਂ ਚੰਗੀ ਸੀ ਬੰਤ ਕੌਰ, ਪਰੰਤੂ ਜਿਹੜਾ ਪੁੱਤਰ ਸੀਗਾ ਉਹਦੇ ਘਰੇ ਕਿਉਂ ਨਹੀਂ ਸੀ ਜਾਣਾ ਚਾਹੁੰਦਾ ਬਾਬਾ ਬਾਰੂ? ਕਿਉਂਕਿ ਉਹਦਾ ਪੁੱਤਰ ਜਿਹੜਾ ਸੀ ਬਹੁਤ ਸ਼ਰਾਬੀ ਸੀ ਅਤੇ ਘਰਦਿਆਂ ਨਾਲ ਆ ਕੇ ਆਪਣੇ ਪਤਨੀ ਅਤੇ ਬੱਚਿਆਂ ਨਾਲ ਲੜਦਾ ਹੁੰਦਾ ਸੀ ਅਤੇ ਬਾਬਾ ਬਾਰੂ ਨੂੰ ਵੀ ਉਹ ਬਹੁਤ ਗਲਤ ਬੋਲਦਾ ਹੁੰਦਾ ਸੀ, ਜਿਸ ਦੇ ਕਾਰਨ ਬਾਬਾ ਬਾਰੂ ਦਾ ਜੀਅ ਨਹੀਂ ਸੀ ਕਰਦਾ ਕਿ ਉਹ ਆਪਣੇ ਇਸ ਪੁੱਤਰ ਦੇ ਘਰੇ ਜਾਵੇ। ਕਿਸ ਦੀ ਵਹੁਟੀ ਸਭ ਤੋਂ ਪਹਿਲਾਂ ਬਾਬੇ ਨੂੰ ਰੋਟੀ ਪਰੋਸਦੀ ਸੀ? ਤਲੋਕੇ ਦੀ ਵਹੁਟੀ। ਸਭ ਤੋਂ ਪਹਿਲਾਂ ਕਰਤਾਰਾ, ਫਿਰ ਪ੍ਰੀਤੂ, ਫਿਰ ਤਲੋਕੇ ਦੀ ਪਤਨੀ ਜਿਹੜੀ ਸੀ ਉਹ ਬਾਬੇ ਦਾ ਬਹੁਤ ਧਿਆਨ ਰੱਖਦੀ ਸੀ, ਕਿਉਂਕਿ ਉਹਦਾ ਪੁੱਤਰ ਜਿਹੜਾ ਤਲੋਕਾ ਸੀ ਬਹੁਤ ਵਧੀਆ ਸੁਭਾਅ ਦਾ ਸੀ ਅਤੇ ਉਹ ਕਹਿੰਦਾ ਸੀਗਾ ਵੀ ਸਭ ਤੋਂ ਪਹਿਲਾਂ ਮੇਰੇ ਪਿਓ ਦੀ ਸੇਵਾ ਕੀਤੀ ਜਾਵੇ। ਤਲੋਕਾ ਬਾਬੇ ਦੀ ਸੇਵਾ ਵਿੱਚ ਕਿਸ ਉੱਪਰ ਸਖਤ ਨਜ਼ਰ ਰੱਖਦਾ ਸੀ? ਆਪਣੀ ਘਰਵਾਲੀ ਉੱਪਰ। ਤਲੋਕੇ ਦੀ ਤਨਖਾਹ ਕਿੰਨੀ ਸੀ? 150 ਰੁਪਇਆ। ਪਰੰਤੂ ਜਿਹੜਾ ਬਾਬਾ ਬਾਰੂ, ਜਦੋਂ ਤਲੋਕਾ ਪੁੱਤਰ ਉਹਦਾ ਚੰਗਾ ਸੀ, ਉਹਦੀ ਸੇਵਾ ਵੀ ਬਹੁਤ ਹੁੰਦੀ ਸੀ, ਪਰੰਤੂ ਬਾਬਾ ਬਾਰੂ ਤਲੋਕੇ ਦੇ ਘਰ ਕਿਉਂ ਨਹੀਂ ਸੀ ਰਹਿਣਾ ਚਾਹੁੰਦਾ? ਕਿਉਂਕਿ ਤਲੋਕੇ ਦੀ ਤਨਖਾਹ ਸਿਰਫ 150 ਰੁਪਇਆ ਹੀ ਸੀ ਅਤੇ ਉਸ 150 ਰੁਪਏ ਦੇ ਵਿੱਚ ਉਸਦਾ ਆਪਦਾ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਹੁੰਦਾ ਸੀ। ਸਭ ਤੋਂ ਛੋਟਾ ਪੁੱਤਰ ਦਿਆਲਾ ਜਿਹੜਾ ਸੀਗਾ, ਜਿਹੜਾ ਪਿੰਡ ਵਿੱਚ ਰਹਿੰਦਾ ਸੀ, ਦਿਆਲਾ ਕਿਸ ਨਾਲ ਮਿਲ ਕੇ ਅੱਗੇ ਦੀ ਸਾਰੀ ਜ਼ਮੀਨ ਹਥਿਆਉਣ ਨੂੰ ਫਿਰਦਾ ਸੀ? ਪਟਵਾਰੀ ਦੇ ਨਾਲ ਮਿਲ ਕੇ ਜਿਹੜੀ ਜ਼ਮੀਨ ਸਾਰੇ ਭਰਾਵਾਂ ਦੀ ਸਾਂਝੀ ਸੀ ਉਸ ਜ਼ਮੀਨ ਨੂੰ ਇਕੱਲੇ ਆਪਣੇ ਨਾਮ ਲਵਾਉਣਾ ਚਾਹੁੰਦਾ ਸੀ। ਪਿੰਡ ਦੇ ਲੋਕ ਬਾਬਾ ਬਾਰੂ ਨੂੰ ਪਿੰਡ ਵਿੱਚ ਕੀ ਕਹਿ ਕੇ ਬੁਲਾਉਂਦੇ ਸਨ? ਵੱਡੇ ਪਰਿਵਾਰ ਵਾਲਾ। ਬਾਬਾ ਬਾਰੂ ਦਾ ਕਿਹੜਾ ਭਰਾ ਆਪਣੇ ਇਕਲੌਤੇ ਪੁੱਤਰ ਕੋਲ ਰਹਿ ਰਿਹਾ ਸੀ? ਛੋਟਾ। ਦੁੱਤੇ ਪੁੱਤ ਕਹਾਣੀ ਵਿੱਚ ਬਾਬਾ ਬਾਰੂ ਦੇ ਕਿੰਨੇ ਪੁੱਤਰ ਹਨ? 5 ਪੁੱਤਰ ਹਨ। ਇਸ ਕਹਾਣੀ ਵਿੱਚ ਬਾਪੂ ਆਪਣੇ ਮਨ ਦੀ ਗੱਲ ਕਿਸ ਨੂੰ ਕਰਦਾ ਹੈ? ਇਸ ਕਹਾਣੀ 'ਚ ਬਾਪੂ ਆਪਣੇ ਮਨ ਦੀ ਗੱਲ ਆਪਣੇ ਪੁੱਤਰ ਕਰਤਾਰੇ ਨੂੰ ਦੱਸਦਾ ਹੈ। ਮਨ ਦੀ ਗੱਲ ਕਿਹੜੀ ਹੁੰਦੀ ਹੈ? ਵੀ ਮੈਂ ਬਾਹਰਲੇ ਘਰ ਪ੍ਰੀਤੂ ਦੇ ਘਰ ਨਹੀਂ ਜਾਣਾ। ਮਾਂ ਦੇ ਮਰਨ ਤੋਂ ਬਾਅਦ ਪੁੱਤਰਾਂ ਨੇ ਕੀ ਫੈਸਲਾ ਕੀਤਾ? ਮਾਂ ਦੇ ਮਰਨ ਤੋਂ ਬਾਅਦ ਬਾਬਾ ਬਾਰੂ ਦੇ ਪੁੱਤਰਾਂ ਨੇ ਫੈਸਲਾ ਕੀਤਾ ਕਿ ਉਹ ਉਸ ਨੂੰ 3 ਮਹੀਨੇ ਆਪਣੇ ਕੋਲ ਰੱਖ ਕੇ ਰੋਟੀ ਦੇਣਗੇ। ਦੁੱਤੇ ਪੁੱਤ ਕਹਾਣੀ ਵਿੱਚ ਕਹਾਣੀਕਾਰ ਨੇ ਕਿਸ ਦੀ ਦੁੱਖ ਭਰੀ ਕਹਾਣੀ ਬਿਆਨ ਕੀਤੀ ਹੈ? ਬਾਬੇ ਬਾਰੂ ਦੀ। ਬਾਰੂ ਦੇ ਕਿੰਨੇ ਪੁੱਤਰ ਸਨ? ਉਹਨਾਂ ਦੇ ਨਾਮ ਵੀ ਲਿਖੋ। ਬਾਰੂ ਦੇ 5 ਪੁੱਤਰ ਸਨ। ਉਹਨਾਂ ਦੇ ਨਾਮ ਕਰਤਾਰਾ, ਪ੍ਰੀਤੂ, ਤਲੋਕਾ, ਦਿਆਲਾ ਅਤੇ ਬਾਹਰ ਨੌਕਰੀ ਕਰਨ ਵਾਲਾ ਇੱਕ ਹੋਰ ਪੁੱਤਰ। ਇਹ ਸਭ ਦੇ ਨਾਮ ਤੁਹਾਨੂੰ ਕ੍ਰਮਵਾਰ ਯਾਦ ਹੋਣੇ ਚਾਹੀਦੇ ਆ। ਕਰਤਾਰਾ, ਪ੍ਰੀਤੂ, ਤਲੋਕਾ, ਦਿਆਲਾ ਅਤੇ ਇੱਕ ਬਾਹਰ ਨੌਕਰੀ ਕਰਨ ਵਾਲਾ ਮੁੰਡਾ, ਜਿਸ ਦਾ ਕਿ ਨਾਮ ਮੈਂਸ਼ਨ ਨਹੀਂ ਕੀਤਾ ਹੋਇਆ। ਬਾਹਰਲੇ ਘਰੋਂ ਉਸ ਨੂੰ ਲੈਣ ਕੋਈ ਨਹੀਂ ਆਇਆ। ਕਿਸ ਨੂੰ ਲੈਣ ਕੋਈ ਨਹੀਂ ਆਇਆ? ਬਾਬੇ ਬਾਰੂ ਨੂੰ। ਕਰਤਾਰ ਸਿੰਘ ਦੀ ਘਰਵਾਲੀ ਦਾ ਕੀ ਨਾਮ ਸੀ? ਕਰਤਾਰ ਸਿੰਘ ਦੀ ਘਰਵਾਲੀ ਦਾ ਨਾਮ ਵਿਦਿਆ ਸੀ। ਬਾਰੂ ਨੂੰ 3 ਮਹੀਨੇ ਰੋਟੀ ਦੇਣ ਦਾ ਫੈਸਲਾ ਕਿਹਨਾਂ ਵਿਚਕਾਰ ਹੋਇਆ? 5 ਭਰਾਵਾਂ ਵਿਚਕਾਰ। ਪ੍ਰੀਤੂ ਦੀ ਵਹੁਟੀ ਕਿਸ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਸੀ ਛੱਡਦੀ? ਬਾਬਾ ਬਾਰੂ ਦੀ। ਤੁਸੀਂ ਜਿੰਨੀ ਬਾਬੇ ਦੀ ਸੇਵਾ ਕਰੋਗੇ ਤੁਹਾਨੂੰ ਉਨਾ ਹੀ ਅੱਛਾ ਫਲ ਮਿਲੂਗਾ। ਇਹ ਸ਼ਬਦ ਕਿਸ ਨੇ ਕਿਸ ਨੂੰ ਆਖੇ ਸਨ? ਪ੍ਰੀਤੂ ਦੀ ਵਹੁਟੀ ਨੇ ਆਪਣੇ ਬੱਚਿਆਂ ਨੂੰ ਕਹੇ ਸੀ ਕਿ ਤੁਸੀਂ ਜਿੰਨੇ ਆਪਣੇ ਬਾਬੇ ਦੀ ਦਾਦੇ ਦੀ ਸੇਵਾ ਕਰੋਗੇ ਤੁਹਾਨੂੰ ਉਨਾ ਹੀ ਵਧੀਆ ਫਲ ਮਿਲੂਗਾ। ਕਿਸ ਦਾ ਪਤੀ ਸ਼ਰਾਬੀ ਸੀ? ਬੰਤ ਦਾ। ਬਾਪੂ ਅਜੇ ਕਿੰਨਾ ਚਿਰ ਹੋਰ ਮੰਜੀ ਪੁੱਜਣੀ ਹੈ? ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਜਿਹੜਾ ਉਹਦਾ ਪੁੱਤਰ ਪ੍ਰੀਤੂ ਪੁੱਤਰ ਸੀ ਉਸਨੇ ਆਪਣੇ ਬਾਪੂ ਨੂੰ ਕਹੇ, ਉਸਨੇ ਆਪਣੇ ਪਿਤਾ ਬਾਰੂ ਨੂੰ ਕਹੇ ਤੂੰ ਹਜੇ ਕਿੰਨੀ ਦੇਰ ਮੰਜੀ ਪੁੱਜਣੀ ਹੈ। ਬਾਬੇ ਬਾਰੂ ਦੀ ਉਮਰ ਕਿੰਨੇ ਕੁ ਵਰਿਆਂ ਦੀ ਸੀ? 80 ਵਰਿਆਂ ਦੀ। ਕਿਹੜੇ ਪੁੱਤਰ ਦੇ ਘਰ ਬਾਬਾ ਬਾਰੂ ਦੇ ਕੱਪੜੇ ਧੋ ਕੇ ਰੋਜ਼ ਬਦਲੇ ਜਾਂਦੇ ਸਨ? ਤਲੋਕੇ ਦੇ ਘਰ। ਤਲੋਕੇ ਦੇ ਘਰ ਵਿੱਚ ਹੋ ਰਹੀ ਸੇਵਾ ਬਾਬਾ ਬਾਰੂ ਨੂੰ ਕਿਸ ਵਾਂਗ ਪ੍ਰਤੀਤ ਹੁੰਦੀ ਸੀ? ਜਿਵੇਂ ਗੁੱਗੇ ਦੀ ਪੂਜਾ ਹੋ ਰਹੀ ਹੋਵੇ। ਕਿੰਨਾਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਬਾਬੇ ਬਾਰੂ ਦਾ ਮਨ ਅੰਦਰੋਂ ਅੰਦਰੀ ਰੋ ਉੱਠਦਾ ਸੀ? ਨੂੰਹਾਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ, ਕਿਉਂਕਿ ਜਦੋਂ ਉਹਨਾਂ ਪੁੱਤਰ ਚਲੇ ਸੀ ਤਾਂ ਨੂੰਹਾਂ ਜਿਹੜੀਆਂ ਸੀਗੀਆਂ ਬਾਬਾ ਬਾਰੂ ਨੂੰ ਚੁਭਵੀਆਂ ਗੱਲਾਂ ਟੋਂਟ ਕੱਸਦੀਆਂ ਸੀ, ਜਿਸ ਦੇ ਕਾਰਨ ਉਸਦਾ ਮਨ ਬਹੁਤ ਦੁਖੀ ਹੁੰਦਾ ਸੀ। ਕਈ ਵਾਰੀ ਬਾਬੇ ਬਾਰੂ ਦਾ ਦਿਲ ਅੱਧੀ ਜ਼ਮੀਨ ਕਿਸ ਦੇ ਨਾਮ ਲਵਾਉਣ ਨੂੰ ਕਰਦਾ ਸੀ? ਤਲੋਕੇ ਦੇ ਨਾਮ, ਕਿਉਂਕਿ ਤਲੋਕੇ ਦੀ ਤਨਖਾਹ ਬਹੁਤ ਘੱਟ ਸੀ ਅਤੇ ਤਲੋਕਾ ਉਸਦੀ ਸੇਵਾ ਵੀ ਬਹੁਤ ਕਰਦਾ ਸੀ। ਇਸ ਕਰਕੇ ਬਾਬੇ ਬਾਰੂ ਦਾ ਮਨ ਹੁੰਦਾ ਸੀ ਕਿ ਅੱਧੀ ਜ਼ਮੀਨ ਮੈਂ ਤਲੋਕੇ ਦੇ ਨਾਮ ਲਵਾ ਲਵਾਂ, ਪਰੰਤੂ ਕਿਸ ਗੱਲੋਂ ਡਰਦਾ ਸੀ? ਕਿ ਉਸਦੇ ਬਾਕੀ ਪੁੱਤਰ ਉਸ ਨਾਲ ਲੜਨਗੇ। ਸਾਰੀ ਜ਼ਮੀਨ ਨੂੰ ਕੌਣ ਵਾਹੁੰਦਾ ਸੀ? ਦਿਆਲਾ। ਬਾਬੇ ਬਾਰੂ ਨੂੰ ਪਿੰਡ ਵਿੱਚ ਬੁਲਾ ਕੇ ਕੌਣ ਖੁਸ਼ ਨਹੀਂ ਸੀ? ਬਾਰੂ ਦਾ ਪੁੱਤਰ ਦਿਆਲਾ। ਦਿਆਲਾ ਖੁਸ਼ ਨਹੀਂ ਸੀ। ਕਿਉਂਕਿ ਉਹ ਪਟਵਾਰੀ ਦੇ ਨਾਲ ਮਿਲ ਕੇ ਸਾਰੀ ਜ਼ਮੀਨ ਆਪਣੇ ਨਾਮ ਕਰਾਉਣਾ ਚਾਹੁੰਦਾ ਸੀ। ਬਾਬੇ ਬਾਰੂ ਦਾ 5ਵਾਂ ਪੁੱਤਰ ਕੀ ਕਰਦਾ ਸੀ? ਬਾਹਰ ਨੌਕਰੀ ਕਰਦਾ ਸੀ। ਸਾਲ ਦੇ ਅੰਤ ਵਿੱਚ ਬਾਬੇ ਬਾਰੂ ਦੀ ਵਾਰੀ ਕਿਸ ਦੇ ਘਰ ਜਾਣ ਦੀ ਆ ਗਈ? ਕਰਤਾਰੇ ਦੇ ਘਰ। ਬਾਬਾ ਬਾਰੂ ਪ੍ਰਤੀ ਉਸਦੇ ਪ੍ਰੀਤੂ ਪੁੱਤਰ ਦਾ ਕਿਹੋ ਜਿਹਾ ਵਿਹਾਰ ਸੀ? ਪ੍ਰੀਤੂ ਜਿਹੜਾ ਕਿ ਸ਼ਰਾਬੀ ਸੀ। ਪ੍ਰੀਤੂ ਦਾ ਆਪਣੇ ਪਿਤਾ ਦੇ ਪ੍ਰਤੀ ਵਧੀਆ ਵਿਹਾਰ ਨਹੀਂ ਸੀ। ਜਦੋਂ ਉਹ ਦਾਰੂ ਪੀ ਕੇ ਘਰ ਆਉਂਦਾ ਤਾਂ ਕਿਸੇ ਨਾ ਕਿਸੇ ਬਹਾਨੇ
ਆਪਣੀ ਘਰਵਾਲੀ ਤੇ ਬੱਚੇ ਨਾਲ ਲੜਾਈ ਝਗੜਾ ਕਰਦਾ। ਜੋ ਕੋਈ ਵੀ ਉਸ ਦੀ ਗੱਲ ਨੂੰ ਨਾਲ ਟਾਲਦਾ ਉਹ ਜਾ ਕੇ ਬਾਬਾ ਬਾਰੂ ਦੇ ਦੁਆਲੇ ਹੋ ਜਾਂਦਾ ਤੇ ਉਸਦੀ ਮੰਜੀ ਨੂੰ ਠੇਡਾ ਮਾਰ ਕੇ ਕਹਿੰਦਾ ਤੇ ਉਸਨੂੰ ਇੱਥੋਂ ਜਾਣ ਲਈ ਕਹਿੰਦਾ ਵੀ ਤੂੰ ਇੱਥੇ ਹੋਰ ਕਿੰਨੀ ਦੇਰ ਰਹਿਣਾ ਹੈ। ਇਸ ਕਹਾਣੀ ਦੇ ਸਿਰਲੇਖ ਤੋਂ ਕੀ ਭਾਵ ਹੈ? ਦੁੱਧ ਤੇ ਪੁੱਤ ਕਹਾਣੀ ਦੇ ਸਿਰਲੇਖ ਤੋਂ ਭਾਵ ਹੈ ਕਿ ਦੁੱਧ ਤੇ ਪੁੱਤ ਜੇਕਰ ਠੀਕ ਰਹਿਣ ਤਾਂ ਬਹੁਤ ਵਧੀਆ, ਪਰੰਤੂ ਇਹਨਾਂ ਦੇ ਫਿਟਣ ਭਾਵ ਇਹਨਾਂ ਦੇ ਖਰਾਬ ਹੋਣ ਦਾ ਪਤਾ ਨਹੀਂ ਲੱਗਦਾ। ਨਾ ਤਾਂ ਦੁੱਧ ਤੇ ਖਰਾਬ ਹੋਣ ਦਾ ਪਤਾ ਲੱਗਦਾ ਵੀ ਕਦੋਂ ਇਹਨੇ ਖਰਾਬ ਹੋ ਜਾਣਾ ਅਤੇ ਨਾ ਹੀ ਪੁੱਤ ਦੇ ਫਿਟਣ ਦਾ। ਵਿਦਿਆ ਬਾਰੂ ਨਾਲ ਔਖੀ ਹੋ ਕੇ ਕਿਉਂ ਬੋਲੀ ਸੀ? ਵਿਦਿਆ ਕੌਣ ਸੀ? ਸਭ ਤੋਂ ਵੱਡਾ ਪੁੱਤਰ ਕਰਤਾਰ, ਉਹਦੀ ਪਤਨੀ। ਵਿਦਿਆ ਜਿਹੜੀ ਕਰਤਾਰ ਸਿੰਘ ਦੀ ਪਤਨੀ ਹੈ, ਮਈ ਮਹੀਨੇ ਦੀ 5 ਤਰੀਕ ਹੋ ਗਈ ਸੀ ਕਿਉਂਕਿ ਮਹੀਨੇ ਦੀ ਸ਼ੁਰੂ ਦੇ ਵਿੱਚ ਉਹਨਾਂ 3 ਮਹੀਨੇ ਬਾਅਦ ਉਹਨੇ ਦੂਜੇ ਘਰ ਵਿੱਚ ਚਲੇ ਜਾਣਾ ਸੀ। ਮਈ ਮਹੀਨੇ ਦੀ 5 ਤਰੀਕ ਵੀ ਬੀਤ ਚੁੱਕੀ ਸੀ, ਪਰੰਤੂ ਬਾਹਰਲੇ ਘਰੋਂ ਬਾਬਾ ਬਾਰੂ ਨੂੰ ਲੈਣ ਹਲੇ ਤੱਕ ਕੋਈ ਨਹੀਂ ਸੀ ਆਇਆ ਅਤੇ ਨਾ ਹੀ ਜਿਹੜਾ ਬਾਬਾ ਬਾਰੂ ਆਪ ਬਾਹਰਲੇ ਘਰ ਜਾਣ ਨੂੰ ਤਿਆਰ ਸੀ। ਉਹ ਕਰਤਾਰੇ ਦੇ ਘਰ ਹੀ ਜਾਣਾ ਚਾਹੁੰਦਾ ਸੀ। ਇਸ ਲਈ ਵਿਦਿਆ ਜਿਹੜੀ ਸੀ ਬਾਰੂ ਨੂੰ ਔਖੀ ਹੋ ਕੇ ਬਾਬਾ ਬਾਰੂ ਨੂੰ ਔਖੀ ਹੋ ਕੇ ਬੋਲਦੀ ਸੀ ਕਿ 3 ਮਹੀਨੇ ਬਾਰੂ ਨੂੰ ਆਪਣੇ ਕੋਲ ਰੱਖ ਕੇ ਸੇਵਾ ਕਰਨ ਤੋਂ ਬਾਅਦ ਹੁਣ ਉਹਨੂੰ ਦੂਸਰੇ ਪੁੱਤਰ ਨੂੰ ਆਪਣੇ ਘਰ ਲੈ ਕੇ ਜਾਣਾ ਚਾਹੀਦਾ ਹੈ। ਬਾਰੂ ਕਰਤਾਰ ਸਿੰਘ ਦੇ ਘਰ ਕਿਉਂ ਰਹਿਣਾ ਚਾਹੁੰਦਾ ਸੀ? ਬਾਰੂ ਦਾ ਕਰਤਾਰ ਸਿੰਘ ਦੇ ਘਰ ਜੀ ਲੱਗਦਾ ਸੀ ਕਿਉਂਕਿ ਕਰਤਾਰੇ ਦੇ ਘਰ ਦੇ ਨਾਲ ਹੀ ਉਸਦਾ ਛੋਟਾ ਭਰਾ ਆਪਣੇ ਇਕਲੌਤੇ ਪੁੱਤਰ ਕੋਲ ਰਹਿੰਦਾ ਸੀ, ਜਿਸ ਨੂੰ ਕਦੇ ਕੋਈ ਤਕਲੀਫ ਨਹੀਂ ਸੀ। ਉਸ ਨੂੰ ਕਦੇ ਬਟਵਾਰੇ ਦਾ ਫਿਕਰ ਨਹੀਂ ਸੀ ਕਿਉਂਕਿ ਉਹਦੇ ਛੋਟੇ ਭਰਾ ਦਾ ਸਿਰਫ ਇੱਕੋ ਹੀ ਪੁੱਤਰ ਸੀ। ਉਹ ਉਸ ਦੀ ਬਹੁਤ ਸੇਵਾ ਕਰਦਾ ਸੀ। ਉਹਨੂੰ ਨਾ ਤਾਂ ਕੋਈ ਬਟਵਾਰੇ ਦਾ ਫਿਕਰ ਸੀ, ਨਾ ਹੀ ਉਸਨੂੰ ਰੋਟੀ ਵਾਸਤੇ ਦੂਸਰੇ ਪੁੱਤਰ ਦੇ ਘਰ ਜਾਣ ਦਾ ਫਿਕਰ ਸੀ। ਅਤੇ ਬਾਰੂ ਆਪਣਾ ਜਿਹੜਾ ਦੁੱਖ ਸੁੱਖ ਸੀ ਆਪਣੇ ਛੋਟੇ ਭਰਾ ਕੋਲ ਵੀ ਕਿੰਨੀ ਦੇਰ ਫਰੋਲਦਾ ਰਹਿੰਦਾ। ਇਸ ਕਰਕੇ ਬਾਰੂ ਜਿਹੜਾ ਕਰਤਾਰ ਸਿੰਘ ਦੇ ਘਰ ਰਹਿਣਾ ਚਾਹੁੰਦਾ ਸੀ ਕਿਉਂਕਿ ਉਹਦੇ ਘਰ ਦੇ ਨਾਲ ਹੀ ਉਸਦੇ ਛੋਟੇ ਭਰਾ ਦਾ ਘਰ ਸੀ। ਪ੍ਰੀਤੂ ਦੇ ਘਰ ਜਾਣ ਨੂੰ ਬਾਰੂ ਦੀ ਰੂਹ ਕਿਉਂ ਨਹੀਂ ਸੀ ਮੰਨਦੀ? ਪ੍ਰੀਤੂ ਦੀ ਵਹੁਟੀ ਭਾਵੇਂ ਬਾਬਾ ਬਾਰੂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਸੀ ਛੱਡਦੀ, ਉਸਦੇ ਬੱਚੇ ਵੀ ਬਾਬੇ ਦੀ ਖੂਬ ਸੇਵਾ ਕਰਦੇ ਸਨ, ਪਰੰਤੂ ਜਦੋਂ ਉਸਦਾ ਪੁੱਤਰ ਜਿਹੜਾ ਪ੍ਰੀਤੂ ਸ਼ਰਾਬੀ ਸੀ, ਸ਼ਰਾਬ ਪੀ ਕੇ ਘਰ ਆਉਂਦਾ ਸੀ ਤਾਂ ਸਾਰੇ ਹੀ ਟੱਬਰ 'ਚ ਕਲੇਸ਼ ਪਾਉਂਦਾ ਸੀ। ਇਸ ਕਰਕੇ ਪ੍ਰੀਤੂ ਦਾ ਉਸਦੇ ਘਰ ਜਾਣ ਦਾ ਮਨ ਨਹੀਂ ਸੀ ਕਰਦਾ। ਤਲੋਕੇ ਦੇ ਘਰ ਬਾਬਾ ਬਾਰੂ ਨਾਲ ਕਿਸ ਤਰ੍ਹਾਂ ਸਲੂਕ ਕੀਤਾ ਜਾਂਦਾ ਸੀ? ਤਲੋਕੇ ਦੇ ਘਰ ਬਾਬਾ ਬਾਰੂ ਨਾਲ ਬਹੁਤ ਵਧੀਆ ਸਲੂਕ ਕੀਤਾ ਜਾਂਦਾ ਸੀ। ਤਲੋਕਾ ਆਪਣੇ ਬਾਪੂ ਦਾ ਪੂਰਾ ਖਿਆਲ ਰੱਖਦਾ ਸੀ। ਉਹ ਆਪਣੇ ਪਿਓ ਨੂੰ ਬੁਢਾਪੇ ਵਿੱਚ ਇਸ ਤਰ੍ਹਾਂ ਰੁਲਦਾ ਨਹੀਂ ਸੀ ਵੇਖ ਸਕਦਾ। ਤਲੋਕੇ ਦੀ ਘਰ ਵਾਲੀ ਵੀ ਬਾਬੇ ਬਾਰੂ ਦਾ ਪੂਰਾ ਖਿਆਲ ਰੱਖਦੀ ਸੀ, ਪਰ ਉਸਨੂੰ ਲੱਗਦਾ ਸੀ, ਬਾਬਾ ਬਾਰੂ ਨੂੰ ਲੱਗਦਾ ਸੀ ਵੀ ਮੇਰੀ ਇੱਥੇ ਇੰਨੀ ਸੇਵਾ ਹੋ ਰਹੀ ਹੈ ਜਿਵੇਂ ਕਿਸੇ ਗੁੱਗੇ ਦੀ ਪੂਜਾ ਹੋ ਰਹੀ ਹੋਵੇ, ਜੋ ਉਸਨੂੰ ਡੰਗ ਦੇ ਡਰ ਤੋਂ ਹੁੰਦੀ ਸੀ। ਤਲੋਕੇ ਦੀ ਘਰ ਵਾਲੀ ਆਉਂਦੀ ਜਾਂਦੀ ਬਾਬਾ ਬਾਰੂ ਨੂੰ ਕੋਈ ਨਾ ਕੋਈ ਜੁਬਵੀਂ ਗੱਲ, ਉਹਨੂੰ ਇਹ ਹੁੰਦਾ ਸੀ ਵੀ ਤਲੋਕੇ ਦੀ ਘਰ ਵਾਲੀ ਜੇ ਮੇਰੀ ਸੇਵਾ ਕਰ ਰਹੀ ਹੈ ਤਾਂ ਕਿਸੇ ਆਪਦੇ ਪਤੀ ਦੇ ਡਰ ਦੇ ਮਾਰੇ ਮੇਰੀ ਸੇਵਾ ਕਰ ਰਹੀ ਹੈ, ਦਿਲੋਂ ਮੇਰੀ ਸੇਵਾ ਨਹੀਂ ਕਰਦੀ। ਪਰੰਤੂ ਜਦੋਂ ਉਹਦਾ ਘਰ ਵਾਲਾ ਤਲੋਕਾ ਚਲਾ ਜਾਂਦਾ ਤਾਂ ਕੋਈ ਨਾ ਕੋਈ ਚੁਭਵੀਂ ਗੱਲ ਬਾਬਾ ਬਾਰੂ ਨੂੰ ਕਰ ਜਾਂਦੀ ਸੀ। ਤਲੋਕੇ ਦੀ ਘਰ ਵਾਲੀ ਬਾਬਾ ਬਾਰੂ ਨੂੰ ਕਿਹੜੀਆਂ ਚੁਭਵੀਆਂ ਗੱਲਾਂ ਸੁਣਾ ਕੇ ਜਾਂਦੀ ਸੀ? ਤਲੋਕੇ ਦੀ ਘਰ ਵਾਲੀ ਭਾਵੇਂ ਬਾਬਾ ਬਾਰੂ ਦੀ ਸੇਵਾ ਵਿੱਚ ਕੋਈ ਕਸਰ ਨਾ ਛੱਡਦੀ, ਪਰ ਜਦੋਂ ਵੀ ਉਸਨੂੰ ਸਮਾਂ ਮਿਲਦਾ ਉਹ ਬਾਰੂ ਨੂੰ ਕੋਈ ਨਾ ਕੋਈ ਚੁਭਵੀਂ ਗੱਲ ਜ਼ਰੂਰ ਸੁਣਾ ਜਾਂਦੀ। ਉਹ ਬਾਬਾ ਬਾਰੂ ਨੂੰ ਕਹਿੰਦੀ, ਬਾਪੂ ਤੂੰ ਭਲਾ ਸਾਰੀ ਉਮਰ ਵਿੱਚ ਕੀਤਾ ਹੀ ਕੀ ਹੈ ਆਪਣੇ ਪੁੱਤਰਾਂ ਲਈ? ਪਿੰਡ ਵਿੱਚ ਸਭ ਤੋਂ ਥੋੜ੍ਹੀ ਜ਼ਮੀਨ ਸਾਡੇ ਕੋਲ ਹੈ, ਤੇਰੀ ਕੋਈ ਸੇਵਾ ਕਰੇ ਤਾਂ ਭਲਾ ਕਿਵੇਂ ਕਰੇ? ਕਿਉਂਕਿ ਉਹਨੇ ਇਹ ਦੱਸੀ ਵੀ ਜੇ ਤੇਰੇ ਕੋਲ ਕੋਈ ਪੈਸਾ ਜਾਂ ਚੰਗੀ ਜ਼ਮੀਨ ਹੋਵੇ ਫਿਰ ਤਾਂ ਤੇਰੀ ਕੋਈ ਸੇਵਾ ਕਰੇ। ਹੁਣ ਤੇਰੇ ਕੋਲ ਹੈ ਕੀ ਹੈ ਜਿਹਦੇ ਕਰਕੇ ਤੇਰੀ ਕੋਈ ਸੇਵਾ ਕਰੇ? ਅਜਿਹੀਆਂ ਗੱਲਾਂ ਸੁਣ ਕੇ ਬਾਬਾ ਬਾਰੂ ਦਾ ਮਨ ਬਹੁਤ ਦੁਖੀ ਹੁੰਦਾ ਸੀ। ਨੂੰਹਾਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਬਾਰੂ ਕੀ ਸੋਚਦਾ ਸੀ? ਕਈ ਵਾਰੀ ਆਪਣੇ ਨੂੰਹਾਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਬਾਰੂ ਅੰਦਰੀ ਰੋ ਉੱਠਦਾ। ਉਸਦਾ ਕਈ ਵਾਰੀ ਜੀਅ ਕਰਦਾ ਕਿ ਉਹ ਆਪਣੇ 5 ਪੁੱਤਰਾਂ ਨੂੰ ਛੱਡ ਕੇ ਕਿਤੇ ਦੂਰ ਚਲਿਆ ਜਾਵੇ। ਉਹ ਨਾ ਆਪਣੀਆਂ ਨੂੰਹਾਂ ਨੂੰ ਕੁਝ ਕਹਿੰਦਾ ਅਤੇ ਨਾ ਹੀ ਆਪਣੇ ਪੁੱਤਰਾਂ ਨੂੰ ਕੁਝ ਕਹਿਣਾ ਚਾਹੁੰਦਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਉਸ ਕਰਕੇ ਘਰ ਵਿੱਚ ਕੋਈ ਕਲੇਸ਼ ਖੜਾ ਹੋਵੇ। ਦਿਆਲਾ ਬਾਬਾ ਬਾਰੂ ਨੂੰ ਪਿੰਡ ਬੁਲਾ ਕੇ ਖੁਸ਼ ਕਿਉਂ ਨਹੀਂ ਸੀ? ਦਿਆਲਾ ਜਿਹੜਾ ਛੋਟਾ ਪੁੱਤਰ ਪਿੰਡ 'ਚ ਰਹਿੰਦਾ ਸੀ। ਦਿਆਲਾ ਸਾਰੀ ਜ਼ਮੀਨ ਦੀ ਵਾਹੀ ਕਰਦਾ ਸੀ। ਉਸਦੇ ਘਰ ਸਭ ਕੁਝ ਸੀ, ਪਰ ਜ਼ਮੀਨ ਉੱਪਰ ਕਬਜ਼ਾ ਕਰਨ ਦੀ ਭੈੜੀ ਨੀਅਤ ਨਾਲ ਉਹ ਪਟਵਾਰੀ ਨਾਲ ਮਿਲ ਕੇ ਅੰਦਰੀ ਸਾਰੀ ਜ਼ਮੀਨ ਉੱਪਰ ਕਬਜ਼ਾ ਕਰਨ ਨੂੰ ਫਿਰਦਾ ਸੀ। ਇਸ ਕਰਕੇ ਉਹ ਬਾਬਾ ਬਾਰੂ ਨੂੰ ਪਿੰਡ ਬੁਲਾ ਕੇ ਖੁਸ਼ ਨਹੀਂ ਸੀ, ਕਿਉਂਕਿ ਉਸਨੂੰ ਪਤਾ ਸੀ ਜੇ ਬਾਬਾ ਉਹਦੇ ਕੋਲ ਆ ਗਿਆ ਬਾਪੂ ਤਾਂ ਉਸਦੀਆਂ ਉਹ ਕਰਤੂਤਾਂ ਦਾ ਪਤਾ ਲੱਗ ਜਾਏਗਾ, ਵੀ ਬਾਬਾ ਬਾਰੂ ਨੂੰ ਉਸਦੀਆਂ ਕਰਤੂਤਾਂ ਪਤਾ ਲੱਗ ਜੂਗਾ ਵੀ ਸਾਰੀ ਜ਼ਮੀਨ ਆਪਦੇ ਨਾਮ ਕਰਾਉਣਾ ਚਾਹੁੰਦਾ ਹੈ। ਦਿਆਲਾ ਆਪਣੇ ਮਾਂ ਬਾਪ ਨਾਲ ਕਿਸ ਤਰ੍ਹਾਂ ਸਲੂਕ ਕਰਦਾ ਸੀ? ਪਹਿਲਾਂ ਜਦੋਂ ਬਾਬਾ ਬਾਰੂ ਦੀ ਪਤਨੀ ਜਿਉਂਦੀ ਸੀ ਤਾਂ ਇਹ ਕਿੱਥੇ ਰਹਿੰਦੇ ਸੀ? ਦੋਨੇ ਦਿਆਲੇ ਕੋਲ ਰਹਿੰਦੇ ਸਨ। ਦਿਆਲਾ ਆਪਣੇ ਮਾਂ ਬਾਪ ਨਾਲ ਕੋਈ ਵਧੀਆ ਸਲੂਕ ਨਹੀਂ ਸੀ ਕਰਦਾ। ਜਦੋਂ ਬਾਰੂ ਦੀ ਘਰ ਵਾਲੀ ਜਿਉਂਦੀ ਸੀ ਤਾਂ ਉਹ ਪਿੰਡ ਵਿੱਚ ਹੀ ਰਹਿੰਦੇ ਸਨ। ਦਿਆਲੇ ਨੇ ਆਪਣੀ ਮਾਂ ਦੀ ਮੰਜੀ ਪਸ਼ੂਆਂ ਦੇ ਚਾਰੇ ਵਾਲੇ ਕਮਰੇ ਅੰਦਰ ਡਾਈ ਹੁੰਦੀ ਸੀ। ਉਹ ਜਦੋਂ ਬਾਰੂ ਦੀ ਘਰ ਵਾਲੀ ਮਰ ਗਈ ਤਾਂ ਮੰਜੀ ਦਾ ਵੀ ਕੋਈ ਟਿਕਾਣਾ ਨਹੀਂ ਰਿਹਾ। ਜਦੋਂ ਜਿਉਂਦੀ ਸੀ ਤਾਂ ਉਸਨੇ ਬਾਬੇ ਬਾਰੂ ਦੀ ਪਤਨੀ ਦੀ ਮੰਜੀ ਕਿੱਥੇ ਡਾਈ ਹੋਈ ਸੀ? ਜਿੱਥੇ ਮੱਝਾਂ ਪਸ਼ੂਆਂ ਦੇ ਚਾਰੇ ਵਾਲੇ ਕਮਰੇ ਅੰਦਰ। ਆਪਣੇ ਛੋਟੇ ਭਰਾ ਵੱਲੋਂ ਬਾਬਾ ਬਾਰੂ ਕਿਉਂ ਖੁਸ਼ ਸੀ? ਕਰਤਾਰੇ ਦੇ ਘਰ ਕੋਲ ਹੀ ਬਾਬੇ ਬਾਰੂ ਦੇ ਛੋਟੇ ਭਰਾ ਦਾ ਘਰ ਸੀ, ਜਿਹੜਾ ਕਿ ਆਪਣੇ ਇਕਲੌਤੇ ਪੁੱਤਰ ਕੋਲ ਰਹਿੰਦਾ ਸੀ।
ਜਿਸ ਨੂੰ ਕਿਸੇ ਵੀ ਬਟਵਾਰੇ ਦੀ ਲੋੜ ਨਹੀਂ ਸੀ। ਬਾਰੂ ਦਾ ਭਰਾ ਆਪਣੇ ਪਰਿਵਾਰ ਵੱਲੋਂ ਵੀ ਬਹੁਤ ਖੁਸ਼ ਅਤੇ ਸੁਖੀ ਸੀ। ਉਸ ਦਾ ਪੁੱਤਰ ਆਪਣੇ ਮਾਪਿਆਂ ਦਾ ਆਗਿਆਕਾਰੀ ਪੁੱਤਰ ਸੀ, ਜਿਸ ਦੇ ਕਾਰਨ ਅਤੇ ਨਾਲ ਹੀ ਬਾਬਾ ਬਾਰੂ ਸੀ ਜਦੋਂ ਆਪਦੇ ਛੋਟੇ ਭਰਾ ਕਰਤਾਰੇ ਦੇ ਘਰੇ ਰਹਿੰਦਾ, ਅਤੇ ਉਹ ਆਪਣੇ ਛੋਟੇ ਭਰਾ ਘਰੇ ਚਲੇ ਜਾਂਦਾ ਅਤੇ ਆਪਣੇ ਦੁੱਖ ਸੁੱਖ ਦੀ ਗੱਲ ਆਪਣੇ ਭਰਾ ਨਾਲ ਸਾਂਝੀ ਕਰਦਾ ਸੀ। ਬੇਟੇ ਹੁਣ ਪ੍ਰਸ਼ਨ ਹੈਗੇ ਦੋਤੇ ਪੁੱਤ ਕਹਾਣੀ ਦੇ 1-1 ਨੰਬਰ ਅਤੇ 2-2 ਨੰਬਰ ਵਾਲੇ ਪ੍ਰਸ਼ਨ ਹੈਗੇ ਆ। ਇਹਨੂੰ ਹੁਣ ਲਿਖਣ ਦੀ ਲੋੜ ਨਹੀਂ, ਕਿਉਂਕਿ ਪਹਿਲਾਂ ਆਪਾਂ ਇਹ ਕਰ ਚੁੱਕੇ। ਹੁਣ ਤੁਸੀਂ ਕੇਵਲ ਯਾਦ ਕਰਨੇ ਆ, ਇਹਨਾਂ ਕੁਐਸਚਨਾਂ ਨੂੰ ਤੁਸੀਂ ਯਾਦ ਕਰਕੇ ਆਈਓ। ਬਾਕੀ ਕੋਈ ਵੀ ਪ੍ਰੋਬਲਮ ਹੋਈ ਆਪਾਂ ਅਗਲੇ ਲੈਸਨ ਦੇ ਵਿੱਚ, ਅਗਲੀ ਕਲਾਸ ਦੇ ਵਿੱਚ ਕਰਾਂਗੇ। ਧੰਨਵਾਦ ਬੇਟੇ।